ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਵਿਚਾਰ ਹੈ ਗੁਰਬਾਣੀ ਵਿੱਚ ਅਕਾਲ ਮੂਰਤ ਅਤੇ ਅਜੂਨੀ ਦਾ ਸੰਕਲਪ। ਕਾਲ ਦਾ ਅਰਥ ਹੈ ਸਮਾਂ। ਜੋ ਸਮੇਂ ਦੇ ਬੰਧਨ ਵਿੱਚ ਹੈ ਉਹ ਕਾਲ ਵਿੱਚ ਹੈ। ਅਕਾਲ ਦਾ ਅਰਥ ਹੈ ਜੋ ਸਮੇਂ ਦੇ ਬੰਧਨ ਤੋਂ ਮੁਕਤ ਹੈ, ਜੋ ਸਮੇਂ ਤੋਂ ਬਾਹਰ ਹੈ। ਇਹ ਸਾਰੀ ਸ੍ਰਿਸ਼ਟੀ ਕਾਲ ਵਿੱਚ ਬੱਝੀ ਹੋਈ ਹੈ। ਹਰ ਵਸਤੂ ਦੀ, ਹਰ ਜੀਵ ਦੀ ਆਪਣੀ ਕੋਈ ਉਮਰ ਤੈਅ ਹੈ। ਹਾਂ, ਇਹ ਗੱਲ ਜ਼ਰੂਰ ਹੈ ਕਿ ਕਿਸੇ ਦੀ ਉਮਰ ਹਜ਼ਾਰਾਂ ਸਾਲ ਹੈ, ਕਿਸੇ ਦੀ ਉਮਰ ਸੈਂਕੜੇ ਸਾਲ, ਕਿਸੇ ਦੀ ਉਮਰ ਕੁਝ ਸਾਲ ਹੈ, ਕਿਸੇ ਦੀ ਉਮਰ ਕੁਝ ਦਿਨ ਹੈ, ਕਿਸੇ ਦੀ ਉਮਰ ਕੁਝ ਘੰਟੇ ਹੈ। ਗੁਰਬਾਣੀ ਦਾ ਫਰਮਾਨ ਹੈ, ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਓ ਤਮਾਸ਼ਾ। ਗੁਰਬਾਣੀ ਦਾ ਕਹਿਣਾ ਹੈ ਕਿ ਸ੍ਰਿਸ਼ਟੀ ਦੇ ਮੂਲ ਗੁਣ, ਜਿਨ੍ਹਾਂ ਨੂੰ ਅਸੀਂ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਆਖਦੇ ਹਾਂ, ਸ੍ਰਿਸ਼ਟੀ ਦੇ ਇਹ ਤਿੰਨ ਮੂਲ ਗੁਣ ਹੀ ਕਾਲ ਵਿੱਚ, ਸਮੇਂ ਵਿੱਚ, ਜਨਮ ਮਰਨ ਵਿੱਚ ਬੱਝੇ ਹੋਏ ਹਨ। ਜੇਕਰ ਇਹ ਮੂਲ ਤਿੰਨ ਗੁਣ ਹੀ ਕਾਲ ਦੇ ਬੰਧਨ ਵਿੱਚ ਹਨ ਤਾਂ ਫਿਰ ਸਾਰੀ ਸ੍ਰਿਸ਼ਟੀ ਦਾ ਸਮੇਂ ਵਿੱਚ ਹੋਣਾ, ਸਮੇਂ ਦੇ ਬੰਧਨ ਵਿੱਚ ਹੋਣਾ ਲਾਜ਼ਮੀ ਹੈ। ਇਸ ਸ੍ਰਿਸ਼ਟੀ ਦੀ ਹਵਾ, ਪਾਣੀ, ਅੱਗ ਅਤੇ ਮਿੱਟੀ ਵਿੱਚ ਵੀ ਜੀਵਤ ਸੈੱਲ ਪੈਦਾ ਹੁੰਦੇ ਹਨ ਅਤੇ ਮਰਦੇ ਹਨ। ਗੁਰਬਾਣੀ ਦਾ ਕਹਿਣਾ ਹੈ ਕਿ ਇਸ ਸ੍ਰਿਸ਼ਟੀ ਵਿੱਚ ਸਮੇਂ ਦਾ, ਜੀਵਨ ਦਾ, ਮਰਨ ਦਾ ਇੱਕ ਤਮਾਸ਼ਾ ਚੱਲ ਰਿਹਾ ਹੈ। ਪਰ ਇਸ ਸ੍ਰਿਸ਼ਟੀ ਵਿੱਚ ਇੱਕ ਜੀਵਤ ਤੱਤ ਐਸਾ ਵੀ ਹੈ ਜਿਸ ਉੱਤੇ ਸਮੇਂ ਦਾ ਕੋਈ ਅਸਰ ਨਹੀਂ, ਜੋ ਸਮੇਂ ਤੋਂ ਬਾਹਰ ਹੈ। ਉਸ ਨੂੰ ਅਸੀਂ ਪਰਮਾਤਮਾ ਕਹਿੰਦੇ ਹਾਂ। ਪਰਮਾਤਮਾ ਦਾ ਅਰਥ ਹੈ ਜੋ ਸਾਡੀ ਆਤਮਾਵਾਂ ਦੀ ਪਰਮ ਆਤਮਾ ਹੈ, ਜਿਸ ਵਿੱਚੋਂ ਇਹ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ ਹੈ। ਉਹ ਪਰਮਾਤਮਾ ਕਦੀ ਵੀ ਬਦਲਦਾ ਨਹੀਂ, ਕਿਉਂਕਿ ਬਦਲਦਾ ਸਮਾਂ ਹੈ। ਜੋ ਸਮੇਂ ਵਿੱਚ ਹੀ ਨਹੀਂ, ਫਿਰ ਉਹ ਕੀ ਬਦਲੇਗਾ। ਇਹ ਜੋ ਸਤਯੁਗ, ਤ੍ਰੇਤਾ, ਦੁਆਪਰ ਅਤੇ ਕਲਯੁਗ ਦੀ ਕਹਾਣੀ ਹੈ, ਇਹ ਕਹਾਣੀ ਵੀ ਸਾਡੇ ਮਨੁੱਖੀ ਮਨ ਦੀ ਕਲਪਨਾ ਹੈ, ਜਾਂ ਇਹ ਕਹਾਣੀ ਸਾਡੇ ਮਨ ਦੀ, ਸਾਡੀ ਬੌਧਿਕ ਅਵਸਥਾ ਹੈ, ਸਾਡੀ ਬੌਧਿਕ ਸਥਿਤੀ ਹੈ। ਪਰਮਾਤਮਾ ਦਾ ਸਤਯੁਗ ਨਾਲ, ਕਲਯੁਗ ਨਾਲ ਕੋਈ ਸੰਬੰਧ ਨਹੀਂ, ਕਿਉਂਕਿ ਪਰਮਾਤਮਾ ਲਈ ਸਦਾ ਹੀ ਸਤਯੁਗ ਹੈ। ਪਰਮਾਤਮਾ ਸਦਾ ਆਨੰਦ ਵਿੱਚ ਹੈ। ਸ੍ਰਿਸ਼ਟੀ ਵਿੱਚ ਜਿਵੇਂ ਜਨਮ ਅਤੇ ਮਰਨ ਅੱਜ ਚੱਲ ਰਿਹਾ ਹੈ, ਇਹ ਜਨਮ ਅਤੇ ਮਰਨ ਉਦੋਂ ਤੋਂ ਹੀ ਚੱਲ ਰਿਹਾ ਹੈ ਜਦੋਂ ਦੀ ਇਹ ਸ੍ਰਿਸ਼ਟੀ ਨੂੰ ਪਰਮਾਤਮਾ ਨੇ ਬਣਾਇਆ ਹੈ। ਪਰਮਾਤਮਾ ਦੇ ਮੌਲਿਕ ਨਿਯਮਾਂ ਵਿੱਚ ਕੋਈ ਵੀ ਫੇਰ ਬਦਲ ਨਹੀਂ। ਪਰਮਾਤਮਾ ਦੇ ਬਣਾਏ ਮੌਲਿਕ ਨਿਯਮ ਕਦੀ ਵੀ ਬਦਲ ਜਾਣ ਵਾਲੇ ਨਹੀਂ। ਜਿਨ੍ਹਾਂ ਮਹਾਂਪੁਰਖਾਂ ਨੇ ਪਰਮਾਤਮਾ ਵਿੱਚ ਡੁੱਬ ਕੇ ਆਪਣੇ ਆਪ ਨੂੰ ਜਾਣਿਆ ਹੈ, ਉਹਨਾਂ ਦਾ ਕਹਿਣਾ ਹੈ ਕਿ ਸਾਡੇ ਮਨੁੱਖਾਂ ਵਿੱਚ ਵੀ ਉਹ ਤੱਤ ਹੈ ਜੋ ਕਦੀ ਨਹੀਂ ਬਦਲਦਾ। ਜਿਵੇਂ ਸਾਡੇ ਮਨੁੱਖੀ ਸਰੀਰ ਵਿੱਚ ਉਹ ਕੌਣ ਹੈ ਜਿਸ ਨੇ ਸਾਡੇ ਬਚਪਨ ਨੂੰ ਵੇਖਿਆ ਹੈ, ਸਾਡੇ ਬਚਪਨ ਨੂੰ ਮਾਣਿਆ ਹੈ, ਜਿਸ ਨੇ ਸਾਡੀ ਜਵਾਨੀ ਵੇਖੀ ਹੈ, ਜਿਸ ਨੇ ਸਾਡਾ ਬੁਢਾਪਾ ਵੇਖਿਆ ਹੈ। ਉਹ ਹੈ ਸਾਡੀ ਸੁਰਤ, ਉਹ ਹੈ ਸਾਡੀ ਚੇਤਨਾ। ਸਾਡੀ ਚੇਤਨਾ, ਸਾਡੀ ਸੁਰਤ ਜਿਸ ਦਿਨ ਅਸੀਂ ਪੈਦਾ ਹੋਏ ਸਾਂ, ਜਿਸ ਦਿਨ ਅਸੀਂ ਬੱਚੇ ਸਾਂ, ਉਸ ਦਿਨ ਵੀ ਇਹੋ ਜਿਹੀ ਸੀ ਅਤੇ ਜਵਾਨੀ ਵਿੱਚ ਵੀ ਉਹੋ ਜਿਹੀ ਸੀ ਅਤੇ ਅੱਜ ਬੁਢਾਪੇ ਵਿੱਚ ਵੀ ਉਹੋ ਜਿਹੀ ਹੈ।
ਇਹ ਸਾਡਾ ਚੇਤਨ, ਇਹ ਸਾਡੀ ਸੁਰਤ ਸਾਡੇ ਸਰੀਰ ਦੇ ਬਦਲ ਜਾਣ ਨਾਲ ਵੀ ਕਦੀ ਬਦਲੀ ਨਹੀਂ। ਇਸੇ ਲਈ ਤਾਂ ਸਾਡੇ ਮਹਾਂਪੁਰਖ ਕਹਿੰਦੇ ਹਨ ਕਿ ਮਨੁੱਖ ਪਰਮਾਤਮਾ ਦੇ ਬਹੁਤ ਨੇੜੇ ਹੈ। ਮਨੁੱਖ ਪਰਮਾਤਮਾ ਨੂੰ ਜਾਣ ਸਕਦਾ ਹੈ, ਮਨੁੱਖ ਪਰਮਾਤਮਾ ਨੂੰ ਪਾ ਸਕਦਾ ਹੈ, ਮਨੁੱਖ ਬੌਧਿਕ ਤੌਰ 'ਤੇ ਪਰਮਾਤਮਾ ਵਿੱਚ ਸਮਾ ਸਕਦਾ ਹੈ, ਮਨੁੱਖ ਪਰਮਾਤਮਾ ਹੋ ਸਕਦਾ ਹੈ। ਮਹਾਂਪੁਰਖਾਂ ਦਾ ਇਹ ਵੀ ਕਹਿਣਾ ਹੈ ਕਿ ਸਾਡੇ ਉੱਤੇ ਸਮੇਂ ਦਾ ਅਸਰ ਸਾਡੀ ਚੇਤਨਾ ਕਰਕੇ, ਸਾਡੀ ਬੁੱਧੀ ਕਰਕੇ ਵੀ ਹੁੰਦਾ ਹੈ ਕਿ ਸਾਡੀ ਚੇਤਨਾ ਦਾ ਵਹਾਅ ਕਿਸ ਪਾਸੇ ਵਹਿ ਰਿਹਾ ਹੈ। ਜਿਵੇਂ ਜਦੋਂ ਅਸੀਂ ਕਿਸੇ ਉਡੀਕ ਵਿੱਚ, ਕਿਸੇ ਬਿਮਾਰੀ ਵਿੱਚ ਜਾਂ ਕਿਸੇ ਵੀ ਦੁੱਖ ਵਿੱਚ ਹੁੰਦੇ ਹਾਂ ਤਾਂ ਉਦੋਂ ਸਾਡੇ ਜੀਵਨ ਦਾ ਸਮਾਂ ਮੱਠਾ ਪੈ ਜਾਂਦਾ ਹੈ। ਦੁੱਖ ਵਿੱਚ ਸਾਡੇ ਜੀਵਨ ਦਾ ਸਮਾਂ ਲੰਬਾ ਹੋ ਜਾਂਦਾ ਹੈ। ਪਰ ਜਦੋਂ ਅਸੀਂ ਤੰਦਰੁਸਤ ਹੁੰਦੇ ਹਾਂ, ਸੁੱਖ ਵਿੱਚ ਹੁੰਦੇ ਹਾਂ, ਆਨੰਦ ਵਿੱਚ ਹੁੰਦੇ ਹਾਂ ਤਾਂ ਸਾਡੇ ਜੀਵਨ ਦਾ ਸਮਾਂ ਝੱਟ ਹੀ ਲੰਘ ਜਾਂਦਾ ਹੈ। ਆਨੰਦ ਵਿੱਚ ਸਾਡੇ ਸਾਰੇ ਜੀਵਨ ਦਾ ਸਮਾਂ ਇਸ ਤਰ੍ਹਾਂ ਲੰਘਦਾ ਹੈ ਜਿਵੇਂ ਅਸੀਂ ਆਪਣੇ ਜੀਵਨ ਵਿੱਚ ਕੋਈ ਇੱਕ ਰਾਤ ਦਾ ਸੁਪਨਾ ਵੇਖਿਆ ਹੋਵੇ। ਸਪਸ਼ਟ ਹੈ ਕਿ ਦੁੱਖ ਵਿੱਚ ਸਾਡੇ ਜੀਵਨ ਦਾ ਸਮਾਂ ਲੰਬਾ ਹੋ ਜਾਂਦਾ ਹੈ ਅਤੇ ਆਨੰਦ ਵਿੱਚ ਸਾਡਾ ਸਮਾਂ ਗੁਆਚ ਜਾਂਦਾ ਹੈ। ਇਸ ਦਾ ਕੀ ਕਾਰਨ ਹੈ? ਇਸ ਦਾ ਕਾਰਨ ਹੈ ਕਿ ਮਨੁੱਖ ਪਰਮਾਤਮਾ ਅਤੇ ਸ੍ਰਿਸ਼ਟੀ ਦੇ ਕੇਂਦਰ ਵਿੱਚ ਖਲੋਤਾ ਹੋਇਆ ਹੈ। ਮਨੁੱਖ ਦੇ ਇੱਕ ਪਾਸੇ ਪਰਮਾਤਮਾ ਹੈ, ਪੂਰਨ ਆਨੰਦ ਹੈ, ਇੱਕ ਪਾਸੇ ਸ੍ਰਿਸ਼ਟੀ ਹੈ, ਭੌਤਿਕ ਸਰੀਰ ਹੈ। ਸ੍ਰਿਸ਼ਟੀ ਜੜ ਹੈ ਕਿਉਂਕਿ ਸ੍ਰਿਸ਼ਟੀ ਨੇ ਇੱਕ ਪੱਥਰ ਤੋਂ ਹੌਲੀ ਹੌਲੀ ਵਿਕਾਸ ਕਰਕੇ ਮਨੁੱਖ ਤੱਕ ਪਹੁੰਚਣਾ ਹੈ। ਮਨੁੱਖ ਦੀ ਸੁਰਤ ਪਰਮਾਤਮਾ ਅਤੇ ਸ੍ਰਿਸ਼ਟੀ ਦੇ ਕੇਂਦਰ ਵਿੱਚ ਹੈ। ਇਸ ਲਈ ਜਦੋਂ ਸਾਡੀ ਚੇਤਨਾ, ਸਾਡੀ ਸੁਰਤ ਸਾਡੇ ਭੌਤਿਕ ਸਰੀਰ ਨਾਲ, ਇਸ ਸ੍ਰਿਸ਼ਟੀ ਨਾਲ ਜੁੜਦੀ ਹੈ ਤਾਂ ਉਦੋਂ ਅਸੀਂ ਸਮੇਂ ਦੇ ਬੰਧਨ ਵਿੱਚ ਵੱਜਦੇ ਹਾਂ। ਫਿਰ ਜਿੰਨਾ ਅਸੀਂ ਇਸ ਭੌਤਿਕ ਸਰੀਰ ਨਾਲ, ਸ੍ਰਿਸ਼ਟੀ ਨਾਲ ਜੁੜਦੇ ਜਾਵਾਂਗੇ ਓਨਾ ਹੀ ਅਸੀਂ ਜ਼ਿਆਦਾ ਸਮੇਂ ਦੇ ਬੰਧਨ ਵਿੱਚ ਵੱਜਦੇ ਜਾਵਾਂਗੇ। ਜਿਵੇਂ ਦੁੱਖ ਵਿੱਚ ਸਮਾਂ ਲੰਬਾ ਹੋ ਜਾਂਦਾ ਹੈ ਅਤੇ ਆਨੰਦ ਵਿੱਚ ਸਾਡੇ ਜੀਵਨ ਦਾ ਸਮਾਂ ਛੋਟਾ ਹੋ ਜਾਂਦਾ ਹੈ। ਜਦੋਂ ਅਸੀਂ ਆਪਣੀ ਸੁਰਤ ਦੀ ਇਹ ਧਾਰਾ ਨੂੰ ਆਪਣੇ ਆਤਮ ਵੱਲ, ਆਪਣੇ ਪਰਮਾਤਮਾ ਵਿੱਚ ਜੋੜਦੇ ਹਾਂ ਤਾਂ ਅਸੀਂ ਅੰਮ੍ਰਿਤ ਪ੍ਰਾਪਤ ਕਰਦੇ ਹਾਂ। ਅੰਮ੍ਰਿਤ ਦਾ ਅਰਥ ਹੈ ਮੌਤ ਤੋਂ ਰਹਿਤ, ਸਮੇਂ ਦੇ ਬੰਧਨ ਤੋਂ ਰਹਿਤ। ਕਿਉਂਕਿ ਆਤਮਾ ਆਪ ਅਮਰ ਹੈ, ਆਤਮਾ ਕਿਸੇ ਬੰਧਨ ਵਿੱਚ ਬੱਝੀ ਹੋਈ ਨਹੀਂ। ਆਤਮਾ ਪਰਮਾਤਮਾ ਦਾ ਅੰਸ਼ ਹੈ। ਇਸ ਲਈ ਜਦੋਂ ਅਸੀਂ ਆਪਣੇ ਆਤਮ ਨਾਲ ਜੁੜਦੇ ਹਾਂ ਤਾਂ ਅਸੀਂ ਪੂਰਨ ਆਨੰਦ ਪਰਮਾਤਮਾ ਨਾਲ ਜੁੜ ਜਾਂਦੇ ਹਾਂ, ਅਸੀਂ ਅੰਮ੍ਰਿਤ ਨਾਲ ਜੁੜ ਜਾਂਦੇ ਹਾਂ, ਅਸੀਂ ਸਮੇਂ ਤੋਂ ਬਾਹਰ ਹੋ ਜਾਂਦੇ ਹਾਂ। ਜਦੋਂ ਅਸੀਂ ਆਪਣੇ ਭੌਤਿਕ ਸਰੀਰ ਸ੍ਰਿਸ਼ਟੀ ਨਾਲ ਜੁੜਦੇ ਹਾਂ ਉਦੋਂ ਅਸੀਂ ਸਮੇਂ ਦੇ ਬੰਧਨ ਵਿੱਚ ਆ ਜਾਂਦੇ ਹਾਂ, ਜਨਮ ਮਰਨ ਵਿੱਚ ਆ ਜਾਂਦੇ ਹਾਂ। ਗੁਰਬਾਣੀ ਦਾ ਫਰਮਾਨ ਹੈ ਕਿ ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਤਾਲ, ਸੁਣਿਆ ਭੋ ਨਾ ਸਕੈ ਕਾਲ। ਸੁਣਿਆ ਸਾਡੇ ਸੁਰਤ ਦੀ, ਸਾਡੇ ਮਨ ਦੀ ਚੇਤਨਤਾ ਦੀ ਉਹ ਅਵਸਥਾ ਹੈ, ਸਾਡੀ ਸੁਰਤ ਦਾ ਉਹ ਗਿਆਨ ਹੈ ਜੋ ਸਾਨੂੰ ਸਾਡੇ ਆਤਮ ਦੀ ਆਵਾਜ਼ ਤੱਕ, ਸਾਡੀ ਰੂਹ ਦੀ ਆਵਾਜ਼ ਤੱਕ ਲੈ ਜਾਂਦਾ ਹੈ। ਅਸੀਂ ਆਪਣੀ ਚੇਤਨਾ ਨੂੰ, ਆਪਣੀ ਸੁਰਤ ਨੂੰ ਆਪਣੇ ਆਤਮ ਤੱਕ ਲੈ ਕੇ ਜਾਣਾ ਹੈ। ਇਸ ਲਈ ਸਾਨੂੰ ਆਪਣੀ ਸੁਰਤ ਨੂੰ ਘੜਨਾ ਪਵੇਗਾ, ਇਸ ਸੁਰਤ ਨੂੰ ਸਵਾਰਨਾ ਪਵੇਗਾ, ਇਸ ਸੁਰਤ ਦੀ ਸਾਧਨਾ ਕਰਨੀ ਪਵੇਗੀ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ
ਸੁਰਾਂ ਸਿੱਧਾਂ ਕੀ ਸੁੱਧ, ਸਾਰੇ ਮਹਾਂਪੁਰਖਾਂ ਦਾ, ਸਾਰੇ ਧਰਮ ਦਾ, ਸਾਰੇ ਧਰਮ ਗ੍ਰੰਥਾਂ ਦਾ ਇਹ ਸਾਰ ਹੈ ਕਿ ਅਸੀਂ ਆਪਣੀ ਸੁਰਤ ਨੂੰ ਘੜਨਾ ਹੈ ਔਰ ਆਪਣੇ ਆਤਮ ਤੱਕ, ਪਰਮਾਤਮ ਤੱਕ ਲੈ ਕੇ ਜਾਣਾ ਹੈ। ਜਪਜੀ ਸਾਹਿਬ ਵਿੱਚ ਗੁਰਬਾਣੀ ਦਾ ਫਰਮਾਨ ਹੈ ਕਿ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ, ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਕੁਵਾਰੀ ਕਾਇਆ ਦਾ ਅਰਥ ਹੈ ਅਸੀਂ ਆਪਣੀ ਇਸ ਕਾਇਆ ਤੋਂ ਨਿਰਲੇਪ ਹੋ ਜਾਈਏ, ਇਹ ਕਾਇਆ ਨਾਲ ਜੁੜੇ ਨਾ ਰਹੀਏ, ਇਹ ਕਾਇਆ ਕੁਆਰੀ ਹੋ ਜਾਵੇ। ਜਗ ਨੂੰ ਜਿੱਤਣ ਦਾ ਅਰਥ ਹੈ ਕਿ ਅਸੀਂ ਆਪਣੇ ਇਸ ਭੌਤਿਕ ਸਰੀਰ ਨੂੰ, ਇਸ ਸ੍ਰਿਸ਼ਟੀ ਨੂੰ, ਇਸ ਜਗਤ ਨੂੰ ਜਿੱਤ ਲਈਏ। ਸਾਡਾ ਮਨ ਇਸ ਸ੍ਰਿਸ਼ਟੀ ਤੋਂ ਜਿੱਤ ਜਾਵੇ, ਸਾਡਾ ਮਨ ਇਸ ਸ੍ਰਿਸ਼ਟੀ ਤੋਂ ਉਲਟ ਜਾਵੇ, ਸਾਨੂੰ ਉਹ ਪ੍ਰਤੀਤੀ ਹੋ ਆਵੇ, ਸਾਨੂੰ ਉਹ ਗਿਆਨ ਹੋ ਆਵੇ ਜਿਸ ਨਾਲ ਸਾਡਾ ਮਨ ਇਸ ਕਾਇਆ ਤੋਂ, ਇਸ ਜਗਤ ਤੋਂ ਨਿਰਲੇਪ ਹੋ ਜਾਵੇ, ਕੁਆਰਾ ਹੋ ਜਾਵੇ। ਅਸੀਂ ਆਪਣੇ ਮਨ ਦੀ ਚੇਤਨਤਾ ਨੂੰ ਆਪਣੇ ਆਤਮ ਵੱਲ ਲੈ ਜਾਈਏ, ਫਿਰ ਸਾਨੂੰ ਉਹ ਅਵਸਥਾ ਪ੍ਰਾਪਤ ਹੋਵੇਗੀ ਜਿਸ ਨੂੰ ਗੁਰਬਾਣੀ ਨੇ ਆਖਿਆ ਹੈ ਕਿ ਸੁਣਿਆ ਪੋ ਨਾ ਸਕੈ ਕਾਲ। ਜਿਸ ਅਵਸਥਾ ਵਿੱਚ, ਜਿਸ ਆਨੰਦ ਵਿੱਚ ਫਿਰ ਕਾਲ ਪੋ ਨਹੀਂ ਸਕਦਾ, ਫਿਰ ਕਾਲ ਨੇੜੇ ਵੀ ਨਹੀਂ ਲੱਗਦਾ, ਫਿਰ ਅਸੀਂ ਸਮੇਂ ਤੋਂ ਬਾਹਰ ਹੋ ਜਾਂਦੇ ਹਾਂ। ਫਿਰ ਜੋ ਮਨੁੱਖ ਸਮੇਂ ਤੋਂ ਬਾਹਰ ਹੁੰਦਾ ਹੈ, ਅਕਾਲ ਵਿੱਚ ਸਮਾ ਜਾਂਦਾ ਹੈ, ਉਹ ਅਜੂਨੀ ਹੈ, ਫਿਰ ਉਹ ਜਨਮ ਮਰਨ ਤੋਂ ਬਾਹਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।